ਜਸਵੰਤ ਸਿੰਘ ਅਮਨ ਦਾ ਨਾਵਲ ਜਿਸ ਕੀ ਪੂਜੈ ਔਧ ਦਾ 7ਵਾਂ ਹਿੱਸਾ। ਭਾਵੇਂ ਮੇਰੀ ਟਿਕਟ ਤਾਂ ਓਕੇ ਸੀ, ਇੰਡੀਅਨ ਏਅਰਲਾਈਨਸ ਦੇ ਰਿਕਾਰਡ 'ਚ ਵੇਟ ਲਿਸਟ ਸੀ। ਇੱਕ ਨੰਬਰ ਬਜ਼ੁਰਗ ਜਿਹਾ ਅਟੈਂਡੈਂਟ ਖਿੱਚ ਕੇ ਪਿਆ। क्यों ओके लिखा है? ये तो आप टिकटिंग एजेंट से पूछिए। मेरे पास तो आप देखो BS वालिया वेट लिस्ट है, 1 नंबर। अभी मैं कुछ नहीं कह सकता मिलेगी या नहीं। ਲਗਭਗ ਅੱਧਾ ਘੰਟਾ ਇਹ ਵਾਧੂ ਦਾ ਤਣਾਅ ਬਣਿਆ ਰਿਹਾ। ਜਦੋਂ ਚੈੱਕ ਇਨ ਹੋ ਗਿਆ ਤਾਂ ਜਾ ਕੇ ਸਾਹ 'ਚ ਸਾਹ ਆਇਆ। ਜਹਾਜ਼ 'ਚ ਬੈਠਦੇ ਹੀ ਮੈਂ ਫਿਰ ਉੱਥੇ ਜਾ ਪਹੁੰਚਾ ਜਿੱਥੋਂ ਕਿ ਲੜੀ ਟੁੱਟੀ ਸੀ। 14 ਅਪ੍ਰੈਲ ਨੂੰ ਅਸੀਂ ਸਿੱਧਾ ਡਾਕਟਰ ਰਾਮ ਲਾਲ ਦੇ ਘਰ ਨੁਮਾ ਕਲੀਨਿਕ 'ਚ ਹੀ ਚਲੇ ਗਏ। ਜੰਮੂ ਤੋਂ ਚੱਲਣ ਤੋਂ ਪਹਿਲਾਂ ਅਮਨਦੀਪ ਦੀ ਜ਼ੁਬਾਨ ਨੇ ਵੀ ਉਹਦਾ ਸਾਥ ਦੇਣਾ ਛੱਡ ਦਿੱਤਾ ਸੀ। ਉਹ ਕਾਫੀ ਥਥਲਾ ਕੇ ਬੋਲਣ ਲੱਗ ਪਿਆ ਸੀ। 1 ਹਫ਼ਤਾ ਦਵਾਈ ਖਾਣ ਦਾ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ ਸੀ। ਅਸੀਂ 1 ਘੰਟਾ ਬਾਹਰ ਹੀ ਬੈਠੇ ਰਹੇ। ਡਾਕਟਰ ਸਾਹਿਬ ਦਾ ਵਤੀਰਾ ਪਹਿਲਾਂ ਵਾਲਾ ਨਹੀਂ ਸੀ। ਅਜੀਬ ਜਿਹਾ ਰੁੱਖਾਪਨ ਉਹਨਾਂ ਦੇ ਹਰੇਕ ਐਕਸ਼ਨ 'ਚ ਲੱਗਦਾ ਸੀ। ਅਮਨਦੀਪ ਵੀ ਉੱਥੇ ਬਾਹਰ ਇੱਕ ਬੈਂਚ 'ਤੇ ਲੇਟਿਆ ਰਿਹਾ। ਮੱਖੀਆਂ ਬਹੁਤ ਸਨ ਅਤੇ ਉਹ ਮੁੰਡਾ ਜੋ ਇੰਨਾ ਸਫਾਈ ਪਸੰਦ ਸੀ, ਆਪਣੇ ਪਿੰਡੇ 'ਤੇ ਪਾਣੀ ਦੀ ਛਿੱਟ ਵੀ ਨਹੀਂ ਰਹਿਣ ਦਿੰਦਾ ਸੀ, ਅੱਜ ਆਪਣੇ ਮੂੰਹ ਤੋਂ ਮੱਖੀ ਵੀ ਨਹੀਂ ਉਡਾ ਸਕਦਾ ਸੀ। ਦੇਖ ਦੇਖ ਕੇ ਅੱਖਾਂ ਭਰ ਆਉਂਦੀਆਂ ਸੀ, ਪਰ ਮਨ ਮੂਰਖ ਕਾਹੇ ਬਿੱਲ ਲਾਈਏ ਤੋਂ ਬਿਨਾਂ ਕੋਈ ਆਸ ਨਹੀਂ ਸੀ ਦਿਸਦੀ। ਡਾਕਟਰ ਤਾਂ ਡਾਕਟਰ ਹੀ ਸੀ, ਉਹ ਸਾਡੀ ਕਿਸੇ ਗੱਲ ਦਾ ਹੁੰਗਾਰਾ ਨਹੀਂ ਦੇ ਰਿਹਾ ਸੀ। ਪਿਛਲੇ ਹਫ਼ਤੇ ਦੀ ਪੂਰੀ ਵਿਆਖਿਆ ਦੱਸਦੇ ਸਮੇਂ ਵੀ ਉਹਦਾ ਧਿਆਨ ਸਾਡੇ ਵੱਲ ਨਹੀਂ ਸੀ, ਜਾਂ ਮੈਨੂੰ ਹੀ ਇੱਦਾਂ ਲੱਗ ਰਿਹਾ ਸੀ। ਸਾਡੇ ਬਾਰ-ਬਾਰ ਕਹਿਣ ਦੇ ਬਾਵਜੂਦ ਉਹਨੇ ਮਨਦੀਪ ਦਾ ਗਲਾ ਨਹੀਂ ਦੇਖਿਆ, ਆਪਣੀਆਂ ਜਬਲੀਆਂ ਮਾਰੀ ਗਿਆ। ਮੈਂ PGI ਵਾਲਿਆਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਹਨ ਕਿ ਆਪਰੇਸ਼ਨ ਹੋ ਹੀ ਨਹੀਂ ਸਕਦਾ। ਤੁਸੀਂ ਕੀ ਸੋਚਿਆ? ਪਾਪਾ ਜੀ ਕੀ ਕਹਿੰਦੇ ਹਨ? ਠੀਕ ਤਾਂ ਹੋ ਜਾਏਗਾ। ਕਿੰਨੇ ਦਿਨ ਰੁਕੋਗੇ? ਉਹਦੀ ਕੋਈ ਵੀ ਗੱਲ ਮੰਨਣ ਯੋਗ ਨਹੀਂ ਲੱਗ ਰਹੀ ਸੀ, ਪਰ ਕਰ ਵੀ ਕੀ ਸਕਦੇ ਸੀ। ਦਿਲ 'ਚ ਤਾਂ ਬੜਾ ਕੁਝ ਸੀ, ਪਰ ਜ਼ੁਬਾਨ 'ਤੇ ਕੁਛ ਨਹੀਂ ਸੀ ਆ ਰਿਹਾ। ਉਸੇ ਦਿਨ ਦੁਪਹਿਰੇ ਪਿੰਡ ਵਾਲੇ ਜੀਜਾ ਜੀ ਆ ਗਏ। ਭੈਣ ਜੀ ਜੰਮੂ ਦੇਖ ਗਏ ਸਨ ਕਿ ਅਮਨਦੀਪ ਖਾਂਦਾ ਕਿਸ ਤਰ੍ਹਾਂ, ਇਸ ਲਈ ਉਹਦੇ ਲਈ ਨਮਕੀਨ ਚਾਵਲ ਬਣਾ ਕੇ ਭੇਜੇ ਸਨ। ਅਮਨਦੀਪ, ਭੂਆ ਜੀ ਨੇ ਚਾਵਲ ਭੇਜੇ ਹੈ। ਸੁਣ ਕੇ ਉਹਦੇ ਚਿਹਰੇ 'ਤੇ ਮੁਸਕਾਨ ਆ ਗਈ। ਉਹਨੇ ਮੇਰੀ ਗੋਦੀ 'ਚ ਬੈਠ ਕੇ ਕਾਫੀ ਸਾਰੇ ਚਾਵਲ ਖਾ ਲਏ। ਬੈਠਣਾ ਤਾਂ ਉਹਦਾ ਕਈ ਦਿਨਾਂ ਤੋਂ ਬੰਦ ਹੋ ਚੁੱਕਾ ਸੀ, ਸਹਾਰੇ ਨਾਲ ਹੀ ਬੈਠਦਾ ਸੀ। ਇਹਦੇ ਨਾਲ ਹੀ ਜੀਜਾ ਜੀ ਨੇ ਕਿਹਾ ਕਿ ਇਸ ਸ਼ਬਦ ਦਾ 101 ਵਾਰੀ ਸਵੇਰੇ, 101 ਵਾਰੀ ਸ਼ਾਮੀ ਪਾਠ ਕਰੋ। ਉਹ ਕਹਿੰਦੇ ਸੀ ਠੀਕ ਹੋ ਜਾਏਗਾ, ਜਿਹੜੀ ਦਵਾਈ ਦਿੰਦੇ ਉਹ ਦੇਈ ਜਾਓ, ਦਵਾਈ ਬਦਲਣੀ ਨਹੀਂ। ਸ਼ਬਦ ਸੀ, ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ, ਹਰਿਹਾਂ ਦੁੱਖ ਰੋਗ ਸਭ ਪਾਪ ਤਨ 'ਤੇ ਖਿਸਰਿਆ। 101 ਵਾਰੀ ਦੋਨੋਂ ਵੇਲੇ ਇਸ ਸ਼ਬਦ ਦਾ ਪਾਠ ਕਰਨ ਦਾ ਸੁਣ ਕੇ ਮੇਰਾ ਪਰੇਸ਼ਾਨ ਹੋਣਾ ਸੁਭਾਵਕ ਹੀ ਸੀ। ਮੈਂ ਉਹਨਾਂ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ। ਜੀਜਾ ਜੀ ਕਹਿੰਦੇ ਕੋਈ ਬੰਦਸ਼ ਨਹੀਂ ਹੈ, ਜਿੰਨਾ ਵੱਧ ਤੋਂ ਵੱਧ ਹੋ ਸਕੇ ਓਨਾ ਹੀ ਕਰੀ ਜਾਓ। ਮੇਰਾ ਦਿਲ ਤਾਂ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਅਮਨਦੀਪ ਵੱਲ ਵੇਖ ਕੇ ਜ਼ੋਰੋ ਜ਼ੋਰ ਅੱਖਾਂ 'ਚ ਹੰਝੂ ਆਈ ਜਾਂਦੇ ਸੀ, ਪਰ ਬਲਬੀਰ ਨੇ ਇਸ ਬਾਰੇ ਕਦੀ ਕੋਈ ਗੱਲ ਨਹੀਂ ਕੀਤੀ। ਹੌਸਲਾ ਇੰਨਾ ਹੈ ਕਿ ਦਿਲ ਹੀ ਪੱਥਰ ਹੈ। ਪੁੱਤਰ ਦਾ ਇੰਨਾ ਦੁੱਖ ਦੇਖ ਕੇ ਇੱਕ ਵਾਰੀ ਵੀ ਨਾ ਰੋਵੇ। ਇਸ ਵੇਲੇ ਮੈਂ ਦੁਨੀਆ ਦੀਆਂ ਨਜ਼ਰਾਂ 'ਚ ਪੜ੍ਹਿਆ ਲਿਖਿਆ ਬੇਵਕੂਫ ਬਣ ਗਿਆ ਸੀ, ਜਿਹੜਾ ਬ੍ਰੇਨ ਟਿਊਮਰ ਦਾ ਇਲਾਜ ਹੋਮਿਓਪੈਥੀ 'ਚ ਲੱਭ ਰਿਹਾ ਸੀ। ਆਪਣੇ ਆਪਣੇ ਤਰੀਕੇ ਨਾਲ ਸਭ ਸਮਝਾ ਰਹੇ ਸਨ ਕਿ ਛੇਤੀ PGI ਲੈ ਜਾ, ਫਿਰ ਕੁਝ ਆਪਣੇ ਵਹਿਮ ਕਰਕੇ ਅਤੇ ਕੁਝ ਡਾਕਟਰ ਰਾਮ ਲਾਲ ਦੇ ਲਾਰਿਆਂ ਅਤੇ ਡਰਾਵਿਆਂ ਕਰਕੇ। ਮੇਰਾ ਦਿਲ ਨਹੀਂ ਸੀ ਮੰਨ ਰਿਹਾ। ਬਲਵੀਰ ਵੀ ਜਦੋਂ ਕਦੀ ਬੋਲਦੀ ਤਾਂ ਇੰਨਾ ਹੀ ਕਹਿੰਦੀ, ਅਸੀਂ PGI ਨਹੀਂ ਜਾਣਾ। ਪਰ ਮੇਰੇ ਦਿਲ ਨੂੰ ਇਸ ਨਾਲ ਵੀ ਪੂਰੀ ਸ਼ਾਂਤੀ ਨਹੀਂ ਆਉਂਦੀ ਸੀ, ਕਿਉਂਕਿ ਅਮਨਦੀਪ ਦੀ ਹਾਲਤ ਵਿੱਚ 19-20 ਦਾ ਵੀ ਫਰਕ ਨਹੀਂ ਪੈ ਰਿਹਾ ਸੀ, ਉਲਟਾ ਹਾਲਤ ਹੋਰ ਖਰਾਬ ਹੋਈ ਜਾ ਰਹੀ ਸੀ। ਉਹ ਆਮ ਤੌਰ 'ਤੇ ਦੋਵੇਂ ਹੱਥ ਜੋੜ ਕੇ ਸਿਰ ਥੱਲੇ ਰੱਖ ਕੇ ਸੱਜੇ ਪਾਸੇ ਨੂੰ ਪਿਆ ਰਹਿੰਦਾ। ਰਾਤ ਨੂੰ ਵੀ ਅਤੇ ਦਿਨੇ ਵੀ ਮੱਥਾ ਦੱਬੋ ਕਰਦਾ ਰਹਿੰਦਾ। ਕਿਸੇ ਵੇਲੇ ਚੀਕ ਮਾਰ ਕੇ ਉੱਠ ਬੈਠਦਾ ਅਤੇ ਮੱਥਾ ਕਰਦਾ। ਉਹਦੀ ਮਾਂ ਦੀ ਯਾਦਦਾਸ਼ਤ ਵੀ ਬਿਲਕੁਲ ਨਿੱਘਰ ਚੁੱਕੀ ਸੀ। ਨਾ ਉਹਨੂੰ ਜੰਮੂ ਤੋਂ ਗੁਟਕਾ ਲਿਆਉਣਾ ਯਾਦ ਰਿਹਾ, ਨਾ ਹੀ ਅਮਨਦੀਪ ਨੂੰ ਸਮੇਂ ਸਿਰ ਦਵਾਈ ਦੇਣੀ ਯਾਦ ਰਹਿੰਦੀ। ਨਾ ਉਹਨੇ ਕਦੀ ਕੋਈ ਸਲਾਹ ਦਿੱਤੀ, ਨਾ ਹੀ ਕਦੀ ਕੋਈ ਹੋਰ ਗੱਲ ਕੀਤੀ। ਸ਼ਾਇਦ ਇਹੋ ਜਿਹੇ ਹਾਲਾਤ ਵਿੱਚ ਹੀ ਆਦਮੀ ਪਾਗਲ ਹੋ ਜਾਂਦਾ ਹੈ ਜਾਂ ਖੁਦਕੁਸ਼ੀ ਕਰਨ ਦਾ ਫੈਸਲਾ ਕਰਦੇ ਹੋਣਗੇ। ਅਮਨਦੀਪ ਦੀ ਖੁਰਾਕ ਦਿਨੋਂ ਦਿਨ ਘਟਦੀ ਜਾ ਰਹੀ ਸੀ। ਮਿਸਾਲ ਦੇ ਤੌਰ 'ਤੇ ਉਹਦੀ 16-17 ਅਪ੍ਰੈਲ ਦੀ ਖੁਰਾਕ ਇਹ ਸੀ। 16 ਅਪ੍ਰੈਲ ਥੋੜ੍ਹੀ ਜਿਹੀ ਦਾਲ, ਲੋਕਾਟ, ਸੇਬ ਦੇ 2 ਛੋਟੇ ਟੁਕੜੇ, ਥੋੜ੍ਹੇ ਜਿਹੀ ਆਲੂ ਗੋਭੀ ਦੀ ਸਬਜ਼ੀ,
ਆਈਸਕ੍ਰੀਮ, ਸੂਜੀ ਦੀ ਖੀਰ, ਜੂਸ ਤੇ ਲੂਣ ਵਾਲੀਆਂ ਸੇਵੀਆਂ। 17 ਅਪ੍ਰੈਲ ਥੋੜ੍ਹਾ ਜਿਹਾ ਬ੍ਰੈਡ ਪਕੌੜਾ, ਪਾਈਨਐਪਲ ਦੇ ਕੁਝ ਟੁਕੜੇ, ਥੋੜ੍ਹਾ ਜਿਹਾ ਅੰਬ ਤੇ ਫਿਰ ਬ੍ਰੈਡ ਪਕੌੜਾ। 16, 17, 18 ਅਪ੍ਰੈਲ ਰਾਤ ਨੂੰ ਬਿਲਕੁਲ ਨਹੀਂ ਸੁੱਤਾ। ਸਾਰੀ ਰਾਤ ਮੱਥਾ ਦੱਬੋ ਕਰਦਾ ਰਿਹਾ। ਤਰਲੇ ਲੈ ਲੈ ਕੇ ਥੋੜ੍ਹੀ ਥੋੜ੍ਹੀ ਚੀਜ਼ ਮੂੰਹ 'ਚ ਪਾਉਂਦਾ, ਪਰ ਡਾਕਟਰ ਸਾਹਿਬ ਉੱਤੇ ਕੋਈ ਅਸਰ ਨਹੀਂ ਸੀ। ਦਵਾਈ ਨਹੀਂ ਬਦਲਣੀ, ਸ਼ਾਮੀ ਆ ਜਾਓ, ਸਵੇਰੇ ਦੱਸੋ ਕਿੰਨੇ ਦਿਨ ਦਾ ਪ੍ਰੋਗਰਾਮ ਹੈ। 15 ਅਪ੍ਰੈਲ ਨੂੰ ਜੈ ਗੋਪਾਲ ਦੀ ਗੱਡੀ 'ਚ ਨਾਢਾ ਸਾਹਿਬ ਗਏ, ਪਰ ਉਸ ਦਿਨ ਅਮਨਦੀਪ ਨੇ ਉੱਥੇ ਵੀ ਲੰਗਰ ਨਾ ਛਕਿਆ। MC ਚੰਡੀਗੜ੍ਹ 'ਚ ਕੋਈ ਨਿਊਰੋ ਸਰਜਨ ਨਹੀਂ ਆਉਂਦਾ। ਦਿਨ ਬ ਦਿਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ PGI ਦੇ ਬਿਨਾਂ ਕੋਈ ਚਾਰਾ ਨਹੀਂ। ਇਹ ਸਭ ਤੋਂ ਉੱਤੋਂ ਦੀ ਮੁਸ਼ਕਿਲ ਸੀ ਕਿ ਮੇਰੀ ਬਦਲੀ ਬਾਰੇ। ਕਿੰਨੀ ਦੇਰ ਅਸੀਂ ਇਸ ਤਰ੍ਹਾਂ ਲੋਕਾਂ 'ਤੇ ਭਾਰ ਬਣੇ ਰਹਿ ਸਕਦੇ ਹਾਂ? ਕਿੰਨੀ ਦੇਰ ਬੀਬੀ ਤੇ ਦੋਵੇਂ ਕੁੜੀਆਂ ਜੰਮੂ ਠੀਕ ਠਾਕ ਰਹਿ ਸਕਦੀਆਂ? ਕਿੰਨੀ ਦੇਰ ਮੈਂ ਇਹ ਬੋਝ ਇਕੱਲੇ ਚੁੱਕ ਸਕਦਾ? ਬਦਲੀ ਨਾ ਹੋਣ ਦੀ ਸੂਰਤ ਵਿੱਚ ਤਾਂ ਸਾਰਾ ਟੱਬਰ ਰੁਲ ਜਾਏਗਾ। ਪਰ ਜੇ ਬੈਂਕ ਬਦਲੀ ਬਾਰੇ ਨਾ ਹੀ ਮੰਨਿਆ ਫੇਰ? ਮੈਂ ਅਕਸਰ ਇਹ ਗੱਲਾਂ ਸੋਚਦਾ ਰਹਿੰਦਾ ਤੇ ਅਖੀਰ ਸੱਚੇ ਪਾਤਸ਼ਾਹ ਗਨੀਬ ਤੇਰੀ ਸਿਫਤ ਸੱਚੇ ਪਾਤਸ਼ਾਹ ਪੜ੍ਹ ਕੇ ਦਿਲ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰਦਾ, ਪਰ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਗੱਚ ਭਰ ਜਾਂਦਾ, ਅੱਖਾਂ ਡਬਾ ਜਾਂਦੀਆਂ। 1993 ਦਾ ਸਾਡਾ ਬਦਲੀਆਂ ਦਾ ਆਫਿਸ ਆਰਡਰ ਪਿਛਲੀ ਭੱਜ ਦੌੜ ਵਿੱਚ ਹੀ ਨਿਕਲ ਗਿਆ ਸੀ ਤੇ ਜੰਮੂ ਤੋਂ ਇੱਕ ਅਫਸਰ ਦੇ ਚੰਡੀਗੜ੍ਹ ਦੇ ਆਰਡਰ ਹੋ ਗਏ ਸੀ। ਮੈਂ ਆਪਣੀ ਬਦਲੀ ਲਈ ਗੱਲ ਕੀਤੀ ਤਾਂ ਸੀ, ਪਰ ਉੱਚ ਅਫਸਰਾਂ ਵੱਲੋਂ ਕੋਈ ਭਰੋਸਾ ਨਹੀਂ ਦਵਾਇਆ ਗਿਆ ਸੀ। ਸਾਡੇ ਇੱਕ ਸੀਨੀਅਰ ਅਫਸਰ ਦੀ ਬੇਟੀ ਵੀ ਪਿਛਲੇ ਸਾਲ ਕੈਂਸਰ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ। ਉਹ ਹੀ ਇਸ ਵੇਲੇ ਸਾਡੀਆਂ ਬਦਲੀਆਂ ਲਈ ਨਿਯੁਕਤ ਅਧਿਕਾਰੀ ਸਨ, ਪਰ ਉਹਨਾਂ ਦਾ ਜਵਾਬ ਵੀ ਬਹੁਤ ਤਸੱਲੀ ਬਖਸ਼ ਨਹੀਂ ਸੀ। ਮੈਂ ਤਾਂ ਭੁਗਤੀ ਹੈ ਵਾਲੀਆ, ਬੱਚੇ ਦਾ ਦੁੱਖ ਦੇਖ ਨਹੀਂ ਹੁੰਦਾ, ਪਰ ਕੀਤਾ ਕੀ ਜਾ ਸਕਦਾ? ਹੌਸਲਾ ਰੱਖ। ਜੇ ਤੂੰ ਹੌਸਲਾ ਨਹੀਂ ਰੱਖੇਂਗਾ ਤਾਂ ਭਾਬੀ ਜੀ ਦਾ ਕੀ ਹਾਲ ਹੋਏਗਾ? ਕਰਾਂਗੇ ਜੋ ਵੀ ਹੁੰਦਾ ਹੈ। ਟੈਂਪਰੇਰੀਲੀ ਤਾਂ ਚੰਡੀਗੜ੍ਹ ਲੈ ਹੀ ਆਵਾਂਗੇ। ਸਹਾਇਕ ਮਹਾਪ੍ਰਬੰਧਕ HRD ਸਾਡੇ ਸਿੱਧੇ ਇੰਚਾਰਜ ਸਨ। ਉਹਨਾਂ ਵੀ ਬੜਾ ਹੌਸਲਾ ਦਿੱਤਾ, ਜ਼ੋਰ ਲਾ ਕੇ ਕਿਹਾ, ਤੁਸੀਂ ਜਲਦੀ ਕਰੋ, ਕੀ ਫੈਸਲਾ ਕਰਨਾ ਹੈ, ਦੇਰ ਨਾ ਕਰੋ। ਹੋਮੋਪੈਥੀ ਛੋਟੀਆਂ ਮੋਟੀਆਂ ਬਿਮਾਰੀਆਂ ਲਈ ਤਾਂ ਠੀਕ ਹੈ, ਪਰ ਇਹਦੇ ਲਈ ਨਹੀਂ। ਜੰਮੂ ਤੋਂ ਆਪਣੀ ਅਰਜ਼ੀ ਭਿਜਵਾ ਦੇ, ਮੈਂ ਗੱਲ ਕਰ ਛੱਡਾਂਗਾ ਇਸ ਮਸਲੇ ਨੂੰ, ਸਾਡੇ 'ਤੇ ਛੱਡ ਦੇ, ਤੂੰ ਬੱਚੇ ਦੀ ਚਿੰਤਾ ਕਰ। ਪਰ ਇਹ ਸਭ ਲਾਰੀ ਸਿੱਧ ਹੋ ਰਹੇ ਸਨ। ਦਿਮਾਗ ਉੱਤੇ ਹਰ ਵੇਲੇ ਬੋਝ ਬਣਿਆ ਰਹਿੰਦਾ ਸੀ, ਕੀ ਬਣੇਗਾ? ਪਰ ਸੰਸਥਾਵਾਂ ਸ਼ਾਇਦ ਇਸੇ ਤਰ੍ਹਾਂ ਚੱਲਦੀਆਂ ਹਨ, ਕਿਸੇ ਨੂੰ ਕੀ ਪਈ ਹੈ? ਮੁਸੀਬਤ ਤਾਂ ਸਾਡੇ ਲਈ ਹੈ। ਜਿਸ ਤਨ ਲਾਗੇ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ। ਇੱਕ ਦਿਨ ਹੈੱਡ ਆਫਿਸ ਗਿਆ ਤਾਂ ਸਾਰੇ ਕਹਿੰਦੇ ਕਿ ਜੰਮੂ ਤੋਂ ਅਰਜ਼ੀ ਆਈ ਨਹੀਂ ਅਜੇ, ਪਰ ਜੰਮੂ ਤੋਂ ਇੱਕ ਲਿਫਾਫਾ ਡਾਕ 'ਚ ਪਿਆ ਸੀ। ਉਹਨੂੰ ਖੁਲਾਇਆ, ਵਿੱਚੋਂ ਬਦਲੀ ਲਈ ਸਿਫਾਰਿਸ਼ ਨਾਲ ਅਰਜ਼ੀ ਵੀ ਨਿਕਲੀ। AGM ਤੇ ਪਰਸੋਨਲ ਦੋਨੋਂ ਕਹਿੰਦੇ ਦੇਖਦੇ ਹਾਂ ਕੀ ਹੋ ਸਕਦਾ। ਪਹਿਲੇ 3 ਮਹੀਨੇ ਲਈ ਤਾਂ ਟ੍ਰੇਨਿੰਗ ਸੈਂਟਰ ਕਰ ਦਿੰਦੇ ਹਾਂ, ਫਿਰ ਜੇ ਲੋੜ ਪਈ ਤਾਂ ਹੋਰ 3 ਮਹੀਨੇ ਵਧਾ ਦੇਵਾਂਗੇ। ਪਰ ਸਰ, ਮੇਰੀ ਮੁਸ਼ਕਿਲ ਇਹਦੇ ਨਾਲ ਹੱਲ ਨਹੀਂ ਹੁੰਦੀ। ਪਲੀਜ਼ ਟਰਾਈ ਟੂ ਅੰਡਰਸਟੈਂਡ ਮਾਈ ਪ੍ਰੋਬਲਮ। ਮੇਰੀਆਂ 2 ਛੋਟੀਆਂ ਬੱਚੀਆਂ ਜੰਮੂ ਹੈ, ਮੈਂ ਆਪਣੀ ਪਤਨੀ ਨਾਲ ਇੱਥੇ। ਮੇਰੀ ਮਾਂ ਬਲੱਡ ਪ੍ਰੈਸ਼ਰ ਤੇ ਦਿਲ ਦੀ ਮਰੀਜ਼ ਹੈ, ਉਹਦਾ ਮੈਨੂੰ ਵੱਖ ਫਿਕਰ ਲੱਗਿਆ ਰਹਿੰਦਾ ਹੈ, ਪਤਾ ਨਹੀਂ ਕੱਲ੍ਹ ਕੀ ਹੋਏਗਾ। 3 ਮਹੀਨੇ ਦੇ ਪ੍ਰਬੰਧ ਵਿੱਚ ਨਾ ਮੈਂ ਇੱਥੇ ਮਕਾਨ ਲੈ ਸਕਦਾ, ਨਾ ਫੈਮਿਲੀ ਨੂੰ ਲਿਆ ਸਕਦਾ। ਮੈਂ ਰਹਾਂਗਾ ਕਿੱਥੇ? ਬਿਮਾਰ ਬੱਚੇ ਨੂੰ ਦੇਖਣ ਵੀ ਸਾਰਿਆਂ ਨੇ ਆਉਣਾ ਹੈ, ਰਹਿਣ ਦਾ ਵੀ ਇੰਤਜ਼ਾਮ ਕਰਦੇ ਹਾਂ, ਪਹਿਲਾਂ ਤੂੰ ਇਹ ਹੋ ਲੈਣ ਦੇ। ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਪੱਥਰਾਂ ਨਾਲ ਹੀ ਟੱਕਰਾਂ ਮਾਰ ਰਿਹਾ। ਅਤੇ ਅਗਲੇ ਦਿਨ ਹੀ AGM ਕਹਿੰਦੇ ਤੇਰਾ 3 ਮਹੀਨੇ ਦਾ STC ਦਾ ਨੋਟ ਕਰਾ ਦਿੱਤਾ। ਮੈਂ ਥੋੜ੍ਹੀ ਦੇਰ ਤਾਂ ਬੋਲ ਹੀ ਨਾ ਸਕਿਆ, ਫਿਰ ਹੌਲੀ ਜੀ ਕਿਹਾ, ਸਰ ਇਹਦੇ ਨਾਲ ਤਾਂ ਮੇਰੀ ਮੁਸ਼ਕਿਲ ਹੱਲ ਨਹੀਂ ਹੁੰਦੀ। ਆਪਣੇ ਸਟਾਈਲ 'ਚ ਉਹਨਾਂ ਨੇ ਉਹ ਗੱਲਾਂ ਕਹਿਤੀਆਂ ਜਿਨ੍ਹਾਂ ਦੀ ਮੈਨੂੰ ਉਹਨਾਂ ਤੋਂ ਉਮੀਦ ਨਹੀਂ ਸੀ। ਜੇ ਕਮੇਟੀ 'ਚ ਰੱਖਦੇ ਤਾਂ ਕੋਈ ਵੀ ਅੜ ਸਕਦਾ ਸੀ, ਫਿਰ 3 ਮਹੀਨੇ ਵਾਲੀ ਗੱਲ ਵੀ ਵਿੱਚੇ ਰਹਿ ਜਾਣੀ ਸੀ। GM ਸਾਹਿਬ ਕਿਸੇ ਵੇਲੇ ਬੜੇ ਬੇਰਹਿਮ ਹੋ ਜਾਂਦੇ ਆ। ਮੁਸ਼ਕਿਲ ਤਾਂ ਤੇਰੀ ਹੈ, ਸੰਸਥਾ ਦੀ ਤਾਂ ਨਹੀਂ। ਮੈਂ ਜਾਂਦਾ ਨਹੀਂ ਰਿਹਾ ਬੰਬਈ ਮੁੰਡੇ ਨੂੰ ਕੱਲਾ ਜੰਮੂ ਛੱਡ ਕੇ। ਜੇ ਮਿਲਣਾ ਹੈ ਤਾਂ GM ਸਾਹਿਬ ਨੂੰ ਮਿਲ ਲਓ। ਦਿਲ 'ਚ ਤਾਂ ਬੜੀ ਅੱਗ ਬਲ ਰਹੀ ਸੀ ਕਿ ਕਹਾਂ ਤੁਹਾਡੇ ਤੋਂ ਹੀ ਉਮੀਦ ਨਹੀਂ ਸੀ। ਬੜਾ ਸੋਹਣਾ ਮੈਂ HRD ਦਾ ਉਦਾਹਰਨ ਦੇ ਰਹੇ ਹੋ ਕਿ ਸੰਸਥਾ ਦੀ ਪ੍ਰੋਬਲਮ ਨਹੀਂ ਹੈ, ਅਤੇ ਜੇ ਇਸ ਵੇਲੇ ਮੇਰੀ ਮਦਦ ਨਹੀਂ ਹੋ ਸਕਦੀ ਤਾਂ ਮੇਰੇ ਤੋਂ ਸੰਸਥਾ ਕੀ ਉਮੀਦ ਕਰੇਗੀ? ਪਰ ਹਮੇਸ਼ਾ ਵਾਂਗ ਕਹਿ ਮੈਂ ਕੁਝ ਨਾ ਸਕਿਆ ਅਤੇ ਚੁੱਪਚਾਪ ਵਾਪਸ ਆ ਗਿਆ। ਸਾਰੀ ਰਾਤ ਇਹੋ ਸੋਚਦਾ ਰਿਹਾ, ਹੇ ਰੱਬਾ ਇੰਨੀ ਮੁਸੀਬਤ ਕਿਉਂ? ਕੀ ਭੁੱਲ ਹੋ ਗਈ? ਇਹ ਸਜ਼ਾ ਮੈਨੂੰ ਮਿਲ ਰਹੀ ਹੈ ਕਿ ਅਮਨਦੀਪ ਨੂੰ? ਸਭ ਕੁਝ ਦੇ ਕੇ ਤੂੰ ਦਰ-ਬਦਰ ਠੋਕਰਾਂ ਖਾਣ ਲਈ ਮੰਗਤੇ ਬਣਾ ਦਿੱਤਾ ਹੈ, ਕਿਉਂ? ਮੈਂ ਮੰਨਦਾ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ ਤੇਰੀ ਮੈਂ। ਪਰ ਇਸ ਲਈ ਮੈਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ?
बलबीर ने इस बारे भी कोई हुंगारा नहीं भरिया। जीएम साहब सचमुच ही बेरहम निकले। जब मौका आएगा तो देखेंगे, इतनी जल्दी नहीं हो सकेगा। अभी तो हमने बदलियाँ की हैं। आप बच्चे का इलाज कराइए। अगले दिन मैं AGM HRD ਕੋਲ ਗਿਆ ਤਾਂ ਉਹਨਾਂ ਨੇ ਸਲਾਹ ਦਿੱਤੀ, ਤੂੰ ਇਹ ਤਾਂ ਲੈ ਲੈ, 3 ਮਹੀਨੇ ਬਾਅਦ ਫਿਰ ਦੇਖਾਂਗੇ। ਮੈਂ ਲਗਭਗ ਰੋਣ ਹਾਕਾ ਹੋ ਕੇ ਕਿਹਾ, ਸਰ ਮੈਂ ਸਾਰੀ ਗੱਲ ਤੁਹਾਨੂੰ ਦੱਸੀ ਹੈ। ਮੇਰੀ ਮੁਸ਼ਕਿਲ ਤਾਂ ਹੱਲ ਨਹੀਂ ਹੁੰਦੀ। ਮੈਂ ਕਿਸੇ ਪਾਸੇ ਵੀ ਧਿਆਨ ਦੇਣ ਜੋਗਾ ਨਹੀਂ। ਜੇ ਤੁਸੀਂ ਸਮਝਦੇ ਹੋ ਕਿ ਮੇਰੀ ਮੁਸ਼ਕਿਲ ਸੱਚੀ ਹੈ, ਜੇ ਕਪੂਰ ਸਾਹਿਬ ਸਮਝਦੇ ਆ ਮੇਰੀ ਮੁਸ਼ਕਿਲ ਸਹੀ ਹੈ, ਤਾਂ ਤੁਸੀਂ ਆਪ ਕਿਉਂ ਨਹੀਂ GM ਨਾਲ ਗੱਲ ਕਰਦੇ? ਵਾਲੀਆ, ਤੈਨੂੰ ਨਹੀਂ ਪਤਾ, ਕਈ ਵਾਰ GM ਇਹਨਾਂ ਗੱਲਾਂ 'ਚ ਮਜ਼ਾ ਲੈਂਦਾ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ। ਜੇ ਉਹ ਮਜ਼ੇ ਲੈਂਦਾ ਤਾਂ ਉਹਨੂੰ ਮਜ਼ੇ ਲੈਣ ਦਿਓ, ਤੁਸੀਂ ਵੀ ਮਜ਼ੇ ਲਓ। ਮੇਰੇ ਉੱਤੇ ਜੋ ਬੀਤੇਗੀ ਭੁਗਤਾਂਗਾ। ਮੈਨੂੰ ਇਹ ਪ੍ਰਸਤਾਵ ਬਿਲਕੁਲ ਮਨਜ਼ੂਰ ਨਹੀਂ ਹੈ। ਮੈਂ ਗੁੱਸੇ 'ਚ ਰੋਂਦਾ ਹੋਇਆ ਬਾਹਰ ਆ ਗਿਆ। ਹਾਲ 'ਚੋਂ ਲੰਘਦੇ ਹੋਏ ਮੈਂ ਆਪਣਾ ਮੂੰਹ ਨੀਵਾਂ ਹੀ ਰੱਖਿਆ ਤਾਂ ਕਿ ਲੋਕ ਮੇਰੇ ਹੰਝੂ ਨਾ ਦੇਖ ਲੈਣ। ਜੇ ਇੰਨੀ ਵੱਡੀ ਮੁਸੀਬਤ ਨਾ ਹੁੰਦੀ ਤਾਂ ਮੈਂ ਆਰਾਮ ਨਾਲ ਬਹਿ ਜਾਣਾ ਸੀ, ਪਰ ਕੁੱਲ ਹਾਲਾਤ ਦੀ ਗੰਭੀਰਤਾ ਨੂੰ ਮੁੜ ਸੋਚ ਕੇ ਮੈਂ CGM ਦੇ ਮੁੱਖ ਸਕੱਤਰ ਕੋਲ ਚਲਾ ਗਿਆ। ਉਹ ਤਾਂ ਗੱਲ ਸੁਣ ਕੇ ਉਬਲ ਹੀ ਪਿਆ। ਬੜੇ ਹਰਾਮਜ਼ਾਦੇ ਹਨ। ਜੇ ਇਹ ਡਿਜ਼ਰਵਿੰਗ ਕੇਸ ਨਹੀਂ ਹੈ ਤਾਂ ਹੋਰ ਕਿਹੜਾ ਹੋ ਸਕਦਾ ਹੈ? ਕਪੂਰ ਸਿੱਧਾ ਕਿਉਂ ਨਹੀਂ GM ਨੂੰ ਮਿਲਦਾ? ਆਪ ਜਾਈਏ, ਮੈਂ ਬਾਤ ਕਰੂੰਗਾ। ਹੁਣ ਅਮਨਦੀਪ ਦੀ ਹਾਲਤ ਬਿਲਕੁਲ ਨਹੀਂ ਦੇਖੀ ਜਾਂਦੀ ਸੀ। PGI ਦਾ ਹਊਆ ਦਿਮਾਗ 'ਤੇ ਹੋਣ ਕਰਕੇ ਮੈਂ ਪ੍ਰਾਈਵੇਟ ਆਪਰੇਸ਼ਨ ਕਰਾਉਣ ਬਾਰੇ ਸੋਚ ਰਿਹਾ ਸੀ। ਇਸੇ ਸਬੰਧ 'ਚ ਮੇਰਾ ਇੱਕ ਮਿੱਤਰ ਮੈਨੂੰ ਡਾਕਟਰ ਤਿਵਾੜੀ ਕੋਲ ਲੈ ਗਿਆ, ਜਿਹਦੇ ਕੋਲ ਉਹਦੇ ਪਿਤਾ ਦਾ ਇਲਾਜ ਚੱਲ ਰਿਹਾ ਸੀ। ਡਾਕਟਰ ਤਿਵਾੜੀ ਵੀ ਪਹਿਲਾਂ PGI 'ਚ ਨਿਊਰੋ ਸਰਜਰੀ ਦੇ ਸਹਾਇਕ ਪ੍ਰੋਫੈਸਰ ਸਨ। ਉਹਨਾਂ ਨੇ 2 ਕੁ ਮਹੀਨੇ ਪਹਿਲਾਂ ਅਸਤੀਫਾ ਦੇ ਕੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕੀਤੀ ਸੀ। ਡਾਕਟਰ ਤਿਵਾੜੀ ਨੇ ਸਾਰੀਆਂ ਰਿਪੋਰਟਾਂ ਦੇਖੀਆਂ ਅਤੇ ਆਰੰਭ ਵਿੱਚ ਹੀ ਡਾਕਟਰ ਗੋਇਲ ਵੱਲੋਂ ਕੀਤੀ ਗਈ ਜਾਂਚ ਦੁਹਰਾਈ। ਮੇਰੀ ਉਂਗਲੀ ਪਕੜੋ, ਅਮਨਦੀਪ ਨੇ ਫੜ ਲਈ। ਦਬਾਓ ਔਰ ਜ਼ੋਰ ਸੇ, ਛੋੜਨਾ ਨਹੀਂ। ਅਮਨਦੀਪ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਅਤੇ ਇੱਕ ਮੁਸਕਰਾਹਟ ਉਹਦੇ ਚਿਹਰੇ 'ਤੇ ਦੌੜ ਗਈ, ਪਰ ਉਹ ਦੇਖ ਕਿੱਧਰ ਰਿਹਾ ਸੀ ਇਹ ਪਤਾ ਨਹੀਂ ਲੱਗ ਰਿਹਾ ਸੀ। आपका नाम क्या है? अमनदीप। ये कितनी उंगलियां हैं? 1 2 3। देख देख के रोन निकले जाता सी। ये TB की वजह से भी हो सकता है, डॉक्टर तिवाड़ी ने अपनी राय दी। उसके 50-50 चांसेस हैं। यदि TB है तो दवाइयों से ठीक हो जाएगी। पहली प्रायोरिटी हमारी है शंट लगा के पानी निकालना, उसी के कारण दर्द है। शंट के 24 घंटे के अंदर ही ये बैठने लगेगा और खाने को मांगेगा। ज़्यादा इंतज़ार नहीं कर सकते, नज़र पर असर पड़ेगा। उसने कुछ दवाइयाँ लिख दित्तियाँ। फ़ोन टेस्ट कराउण लई किहा। ਚੱਡਾ ਜੋ ਮੈਨੂੰ ਡਾਕਟਰ ਤਿਵਾੜੀ ਕੋਲ ਲੈ ਕੇ ਗਿਆ ਸੀ ਕਹਿੰਦਾ, ਵਾਲੀਆ ਫੈਸਲਾ ਤਾਂ ਤੁਸੀਂ ਕਰਨਾ ਹੈ, ਸ਼ੰਟ ਲਵਾ ਕੇ ਹੀ ਜਾਓ ਜੰਮੂ। ਪਰ ਮੈਂ ਆਪਣੇ ਆਪ ਨੂੰ ਇਹ ਫੈਸਲਾ ਕਰਨ ਲਈ ਅਸਮਰਥ ਸਮਝਦਾ ਸੀ। ਕਿਉਂ? ਕੀ ਡਰ ਹੈ? ਮੇਰਾ ਪੁੱਤਰ ਹੈ, ਉਹਦੇ ਭਲੇ ਜਾਂ ਬੁਰੇ ਦਾ ਆਖਰੀ ਫੈਸਲਾ ਤਾਂ ਮੈਨੂੰ ਹੀ ਕਰਨਾ ਚਾਹੀਦਾ ਹੈ। ਮੈਂ ਹੋਰਨਾਂ ਵੱਲ ਕਿਉਂ ਦੇਖਦਾ? ਕਿ ਮੈਂ ਫੈਸਲੇ ਤੋਂ ਬਚਣਾ ਚਾਹੁੰਦਾ, ਜਾਂ ਮੈਂ ਫੈਸਲਾ ਲੈਣ ਦੇ ਕਾਬਿਲ ਨਹੀਂ ਹਾਂ, ਜਾਂ ਫੈਸਲੇ ਦੇ ਨਤੀਜੇ ਨੂੰ ਮਨਜ਼ੂਰ ਨਹੀਂ ਕਰਨਾ ਚਾਹੁੰਦਾ, ਜਾਂ ਉਹਦੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦਾ। ਜਿੰਨਾ ਮੈਂ ਸੋਚਦਾ ਓਨਾ ਹੀ ਇਸ ਜਿਲਣ 'ਚ ਖੁੱਭਦਾ ਜਾਂਦਾ। ਜਦੋਂ ਲੋਕ ਇਹ ਕਹਿੰਦੇ ਕਿ ਫੈਸਲਾ ਤਾਂ ਤੂੰ ਹੀ ਕਰਨਾ, ਤਾਂ ਮੈਨੂੰ ਅੰਦਰ ਹੀ ਅੰਦਰ ਇੱਕ ਡਰ ਜਿਹਾ, ਖਾਲੀਪਨ ਜਿਹਾ ਮਹਿਸੂਸ ਹੁੰਦਾ। ਕਿਉਂ? ਅਮਨਦੀਪ ਦੀ ਹਾਲਤ ਹੋਰ ਖਰਾਬ ਹੋ ਰਹੀ ਸੀ। ਅਗਲੇ ਦਿਨ ਖੂਨ ਟੈਸਟ ਦੀ ਰਿਪੋਰਟ ਲੈ ਕੇ ਮੈਂ ਘਰ ਪਹੁੰਚਿਆ। ਉਹਦੇ ਮੂੰਹ 'ਚੋਂ ਲਗਾਤਾਰ ਝੱਗ ਨਿਕਲੀ ਜਾ ਰਹੀ ਸੀ। ਉਹਦਾ ਸਿਰ ਬਿਲਕੁਲ ਪਿੱਛੇ ਨੂੰ ਮੁੜ ਗਿਆ ਸੀ। ਦੇਖ ਕੇ ਫਿਰ ਜੀ ਭਰ ਆਇਆ। ਇਹ ਜੀਣਾ ਵੀ ਕੋਈ ਜੀਣਾ? ਇਸ ਨਾਲੋਂ ਤਾਂ ਆਪਰੇਸ਼ਨ ਹੀ ਕਰਾ ਲਈਏ, ਘੱਟੋ ਘੱਟ ਇਹਦਾ ਦੁੱਖ ਤਾਂ ਘਟੇਗਾ। ਪਰ ਮੈਂ ਫਿਰ ਫੈਸਲਾ ਨਹੀਂ ਕਰ ਪਾ ਰਿਹਾ ਸੀ। ਸ਼ਾਮੀ ਪਿਸ਼ਾਬ ਤੇ ਖੂਨ ਟੈਸਟ ਦੀ ਰਿਪੋर्ट देख के तिवाड़ी कहता, तुरंत ऑपरेशन कराना चाहिए। 3 दिन से ज़्यादा टाइम मैं नहीं दे सकता। प्राइवेट नर्सिंग होम में लगभग 8-10 हज़ार रुपये लग जाएंगे। 6-8 हज़ार तो PGI में भी लग जाएगा। जय गोपाल ते गुप्ता दी भी सलाह सी कि ऑपरेशन करा लेना चाहिए। पर 2 दिन होर इदां ही निकल गए। अमनदीप का सारा शरीर कमान वांग पिछे ਨੂੰ ਆਕੜ ਗਿਆ। ਮੂੰਹ 'ਚੋਂ ਅਜੇ ਵੀ ਝੱਗ ਕੱਢੀ ਜਾ ਰਿਹਾ ਸੀ। ਭਾਵੇਂ ਬੇਹੋਸ਼ ਨਹੀਂ ਸੀ, ਪਰ ਹੋਸ਼ ਵਾਲੀ ਵੀ ਕੋਈ ਗੱਲ ਨਹੀਂ ਸੀ। ਮੈਂ ਅਜੇ ਵੀ ਸ਼ਸ਼ੋ ਪੰਜ ਪਿਆ ਸੀ। ਕੀ ਕਰੀਏ? ਕਾਸ਼ ਸਾਰਾ ਪਰਿਵਾਰ ਇੱਥੇ ਹੀ ਹੁੰਦਾ ਤਾਂ ਘੱਟੋ ਘੱਟ ਸਲਾਹ ਤਾਂ ਕਰ ਲੈਂਦੇ। ਅਜੀਬ ਜੀ ਕਸ਼ਮਕਸ਼ ਦਿਮਾਗ 'ਚ ਚੱਲ ਰਹੀ ਸੀ। ਕਿਉਂ? ਕਾਹਦੇ ਲਈ ਸਲਾਹ? ਸਾਰੀ ਉਮਰ ਬੱਚਾ ਹੀ ਬਣਿਆ ਰਹਿਣਾ। ਪਰ ਜਿਵੇਂ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿ ਰੱਬ ਅਜੇ ਪੂਰੀ ਤਰ੍ਹਾਂ ਬੋਲਾ ਨਹੀਂ ਹੋਇਆ ਸੀ, ਇਸ ਵੇਲੇ ਜੰਮੂ ਤੋਂ ਪਾਪਾ ਜੀ ਆ ਗਏ। ਅਮਨਦੀਪ ਦੀ ਹਾਲਤ ਵੇਖ ਕੇ ਉਹ ਵੀ ਰੋ ਪਏ। ਸ਼ਾਇਦ ਸਾਰਾ ਰਸਤਾ ਵੀ ਰੋਂਦੇ ਆਏ ਸੀ।
ਆਪਰੇਸ਼ਨ ਕਰਾ ਲਓ। ਉਹਨਾਂ ਦੀ ਆਵਾਜ਼ ਮਸਾਂ ਹੀ ਨਿਕਲੀ। ਮੈਂ ਜਿਵੇਂ ਇਹ ਪੁਸ਼ਟੀ ਦੀ ਉਡੀਕ ਸੀ, ਫਟਾਫਟ ਸਕੂਟਰ ਲੈ ਕੇ ਤਿਵਾੜੀ ਕੋਲ ਗਿਆ। ਉਹ ਹੈਲਮਟ ਚੁੱਕ ਕੇ ਕਿਤੇ ਚੱਲਿਆ ਸੀ ਕਿ ਮੈਂ ਪਹੁੰਚ ਗਿਆ। ਇਹ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਹ ਆਪੇ बोल ਪਿਆ, बास मैंने पता किया था, लेकिन ठीक रहेगा यदि आप पीजीआई में ही कराओ। मुझे तो कोई फ़र्क नहीं पड़ेगा, लेकिन प्राइवेट में खर्चा बहुत हो जाएगा, कम से कम 25,000 सिर्फ शंट के। उसके बाद डेफिनेटिव सर्जरी करनी पड़ी तो और बहुत, कोई फ़ायदा नहीं है। फिर भी रेडियोथेरेपी के लिए पीजीआई में ही आना पड़ेगा। आप शाम को आइए, मैं चलूँगा आपके साथ, पीजीआई में दाखिल करा दूँगा। डॉक्टर BS शर्मा, उनको कह भी दूँगा। वापस तुरन लगे। जो मैं अमनदीप की हालत दसी तो एकदम बोलिया, अभी करना पड़ेगा, आप चलो मेरे साथ, मैं आपकी इंट्रोडक्शन करा देता हूँ, आप बच्चे को लाइए, आज ही ऑपरेशन करना पड़ेगा। तो जिंदगी ते मौत विचकार कदी ना पूरी होने वाली रेस इस मुकाबले अपने आखिरी लैप विच दाखिल हो गई। कदी ना मुक्कण वाली तड़पन होर जोर फड़ गई। कार ਦਾ ਇੰਤਜ਼ਾਮ ਨਾ ਹੋ ਸਕਣ ਕਰਕੇ ਸਾਨੂੰ ਅਮਨਦੀਪ ਨੂੰ ਸਕੂਟਰ ਉੱਤੇ PGI ਲਿਜਾਣਾ ਪਿਆ। ਬੜੀ ਮੁਸ਼ਕਿਲ ਨਾਲ ਮੇਰੇ ਜੀਜਾ ਜੀ ਅਮਨਦੀਪ ਨੂੰ ਲੈ ਕੇ ਸਕੂਟਰ ਪਿੱਛੇ ਬੈਠੇ। ਦੁਪਹਿਰੇ 3:30 ਵਜੇ ਦੇ ਕਰੀਬ ਅਮਨਦੀਪ ਨੂੰ ਡਾਕਟਰ ਰਾਮ ਲਾਲ ਦੇ ਸ਼ਬਦਾਂ 'ਚ ਕਦੀ ਨਾ ਜ਼ਿੰਦਾ ਮੁੜਨ ਲਈ PGI ਦੀ ਐਮਰਜੈਂਸੀ 'ਚ ਦਾਖਲ ਕਰਾ ਦਿੱਤਾ ਗਿਆ। ਉਹਦੀ ਜ਼ਿੰਦਗੀ ਦੀ ਉਮੀਦ ਵਿੱਚ ਅਮਨਦੀਪ ਨੂੰ ਦਾਖਲ ਤਾਂ ਉਹਨਾਂ ਨੇ ਇੱਕਦਮ ਕਰ ਲਿਆ, ਸ਼ਾਇਦ ਡਾਕਟਰ ਤਿਵਾੜੀ ਦੇ ਕਹਿਣ 'ਤੇ। ਸਾਨੂੰ ਗਲੂਕੋਜ਼ ਦੀਆਂ ਬੋਤਲਾਂ ਲਿਆਉਣ ਨੂੰ ਕਿਹਾ, ਪਰ ਉਹਦੇ ਬਾਅਦ ਉਹਨੂੰ ਦੇਖਣ ਦੀ ਵੇਲ ਕਿਸੇ ਕੋਲ ਨਹੀਂ ਸੀ। ਜੀਜਾ ਜੀ ਬਲਬੀਰ ਨੂੰ ਲੈਣ ਚਲੇ ਗਏ। ਮੈਂ ਇਕੱਲਾ ਰਹਿ ਗਿਆ ਉੱਥੋਂ ਦੇ ਤਸੀਹੇ ਭੁਗਤਣ ਨੂੰ। ਸਾਰੇ ਹੀ ਬੜੇ ਬਿਜ਼ੀ ਲੱਗ ਰਹੇ ਸੀ। ਜਦੋਂ 1 ਘੰਟੇ ਤੱਕ ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਮੈਂ ਹਿੰਮਤ ਕਰਕੇ ਪੁੱਛ ਹੀ ਲਿਆ ਵੀ ਇਹਨੂੰ ਕਿਉਂ ਨਹੀਂ ਦੇਖਦੇ। ਪਤਾ ਲੱਗਾ ਕੋਈ ਡਾਕਟਰ ਅਸ਼ਵਨੀ ਹੈ, ਨਿਊਰੋ ਸਰਜਨ, ਉਹ ਆ ਕੇ ਦੇਖਣਗੇ। ਅਖੀਰ ਜਦੋਂ ਡਾਕਟਰ ਅਸ਼ਵਨੀ ਆਇਆ ਤਾਂ ਉਹਨੇ ਮੈਨੂੰ ਸਾਰੀ ਹਿਸਟਰੀ ਦੁਹਰਾਉਣ ਨੂੰ ਕਿਹਾ। ਪਿਛਲੇ 15 ਦਿਨਾਂ 'ਚ ਪਤਾ ਨਹੀਂ ਕਿੰਨੀ ਵਾਰ ਇਹ ਹਿਸਟਰੀ ਦੁਹਰਾਈ ਸੀ। ਲਗਭਗ ਅੱਧਾ ਘੰਟਾ ਇਸ ਕੰਮ 'ਚ ਲੱਗ ਗਿਆ। ਅਮਨਦੀਪ ਨੂੰ ਚੁੱਕ ਕੇ ਅੰਦਰ ਲਿਜਾਣ ਲੱਗੇ। ਉਹਦੀ IV ਸਿਰਿੰਜ ਨਿਕਲ ਗਈ ਤੇ ਖੂਨ ਵਗਣਾ ਸ਼ੁਰੂ ਹੋ ਗਿਆ। ਡਾਕਟਰ ਅਸ਼ਵਨੀ ਨੇ ਅਮਨਦੀਪ ਤੋਂ ਉਹਦਾ ਨਾਂ, ਉਂਗਲਾਂ ਦੀ ਗਿਣਤੀ, ਉਂਗਲਾਂ ਫੜਨ, ਲੱਤਾਂ ਹਿਲਾਉਣ ਨੂੰ ਕਿਹਾ। ਅਮਨਦੀਪ ਦੀਆਂ ਰਿਫਲੈਕਸਿਸ ਕਾਫੀ ਕਮਜ਼ੋਰ ਹੋ ਗਈਆਂ ਸੀ। ਅਮਨਦੀਪ 1 2 3 ਜਿੰਨੀ ਪਹਿਲੀ ਹਿਸਟਰੀ ਸ਼ੀਟ ਅਮਨਦੀਪ ਦੀ ਬਣੀ ਉਹ ਇਸ ਤਰ੍ਹਾਂ ਸੀ। ਹੈਡੇਕ ਸਿੰਸ 10/3/93, ਵੋਮਿਟਿੰਗ ਸਿੰਸ 10/3/93, weakness in lower limbs since 18 days, bedridden, unable to sit up or hold his head 10 days, slurring of speech 6 days, OE child conscious response to verbal commands, BL palpedema, pupils 4 mm, B1 reacts to light, motor move, R sideless 4/5, neck retracted, CT outside, cerebellar, medulloblastoma, एस्ट्रोस्टोमा, हाइड्रोसेफालन्स। मैं आपको ऑपरेशन का सामान लिख कर देता हूँ। आज 7 बजे ऑपरेशन कर देंगे। अब इसको खाने पीने को कुछ नहीं देना। कह के वो इस तरह गायब होया जिवें गधे के सिर से सींग। धन्यवाद। चल